ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਫਤਿਹ ਸਰ ਜੀਐਸ ਕਲਾਸਿਸ ਦੇ YouTube ਚੈਨਲ ਤੇ। ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਡੇਲੀ ਕਰੰਟ ਅਫੇਅਰ ਦੀ ਸੀਰੀਜ਼ ਅਤੇ ਅੱਜ ਦੀ ਇਸ ਵੀਡੀਓ 'ਚ ਆਪਾਂ ਦੇਖਾਂਗੇ 3 ਜੂਨ ਦੇ ਕਰੰਟ ਅਫੇਅਰ 2022 ਦੇ। ਇਹ ਜੋ ਕਰੰਟ ਅਫੇਅਰ ਨੇ ਇਹ ਬਹੁਤ ਹੀ ਇੰਪੋਰਟੈਂਟ ਤੇ ਡਿਟੇਲਡ ਕਰੰਟ ਅਫੇਅਰ ਨੇ। ਇਹ ਜੋ ਵੀਡੀਓ ਹੈ ਇਹਦਾ ਸੋਰਸ ਹੈ ਉਹ ਹੈ ਦਾ ਹਿੰਦੂ ਨਿਊਜ਼ਪੇਪਰ, ਦਾ ਇੰਡੀਅਨ ਐਕਸਪ੍ਰੈਸ, ਦਾ ਟ੍ਰਿਬਿਊਨ ਐਂਡ PIB। ਇਹਨਾਂ ਸੋਰਸਿਸ ਤੋਂ ਡਾਟਾ ਇਕੱਠਾ ਕਰਕੇ ਹੀ ਇਹ ਵੀਡੀਓ ਤਿਆਰ ਕੀਤੀ ਗਈ ਹੈ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਸ ਵੀਡੀਓ ਦੇ ਵਿੱਚ ਆਪਾਂ ਕਾਫੀ ਡਿਟੇਲ ਦੇ ਵਿੱਚ ਕਰੰਟ ਅਫੇਅਰਸ ਕਰਦੇ ਹਾਂ, ਮਤਲਬ ਕਿ ਆਪਾਂ ਜੋ ਕਰੰਟ ਦੀ ਨਿਊਜ਼ ਆ ਉਹਨੂੰ ਵੀ ਦੇਖਦੇ ਹਾਂ, ਪਲੱਸ ਉਹਦੇ ਵਿੱਚ ਜੋ ਸਟੈਟਿਕ ਪਾਰਟ ਆ ਉਹਨੂੰ ਵੀ ਕਵਰ ਕਰਦੇ ਹਾਂ। ਠੀਕ ਹੈ, ਇਹ ਜੋ ਵੀਡੀਓ ਸੀਰੀਜ਼ ਹੈ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰੂਗੀ ਕਰੰਟ ਅਫੇਅਰ ਦੇ ਲਈ, ਖਾਸ ਕਰ ਜੋ ਐਗਜ਼ਾਮ ਆਉਂਦੇ ਨੇ ਜਿਵੇਂ ਕਿ UPSC ਦੇ ਵਿੱਚ ਆਪਣੇ ਕੋਲ IAS ਦਾ ਐਗਜ਼ਾਮ ਆ, CDS ਦਾ ਐਗਜ਼ਾਮ ਆ, CAPF ਦਾ ਐਗਜ਼ਾਮ ਆ, ਅਤੇ ਜੋ PPSC ਹੈ ਸਾਡੀ ਉਹ ਵੀ ਕਾਫੀ ਵਧੀਆ ਜੋ ਐਗਜ਼ਾਮ ਕੰਡਕਟ ਕਰਦੀ ਹੈ, ਜਿਵੇਂ ਕਿ PCS ਹੋ ਗਿਆ, ਕੋਆਪਰੇਟਿਵ ਇੰਸਪੈਕਟਰ ਦਾ ਐਗਜ਼ਾਮ ਹੋ ਗਿਆ, ਇਸ ਤੋਂ ਪਹਿਲਾਂ ਨੈਬ ਤਹਿਸੀਲਦਾਰ ਦਾ ਐਗਜ਼ਾਮ ਹੋਇਆ ਸੀਗਾ, ਜਾਂ ਪੁਲਿਸ ਦਾ SI ਦੀ ਪੋਸਟ ਦੇ ਐਗਜ਼ਾਮ ਹੋ ਗਏ। ਇਹਦੇ ਨਾਲ ਪੰਜਾਬ ਦੇ ਗੌਰਮੈਂਟ ਜਿੰਨੇ ਵੀ ਐਗਜ਼ਾਮ ਲੈਂਦੀ ਹੈ, ਜਿਵੇਂ ਹੁਣ ਐਕਸਾਈਜ਼ ਇੰਸਪੈਕਟਰ ਦਾ ਐਗਜ਼ਾਮ ਆਉਣ ਵਾਲਾ ਹੈ, ਉਹਨਾਂ ਸਾਰਿਆਂ ਦੇ ਲਈ ਜੋ ਕਰੰਟ ਅਫੇਅਰ ਆ ਬਹੁਤ ਇੰਪੋਰਟੈਂਟ ਹੁੰਦੇ ਆ। ਅਤੇ ਇਹ ਜੋ ਸੀਰੀਜ਼ ਆਪਣੀ ਇਹ ਉਹਨਾਂ ਸਾਰਿਆਂ ਦੇ ਲਈ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਸਕਦੀ ਹੈ। ਚਲੋ ਜੀ ਦੇਖਦੇ ਹਾਂ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੀ ਦੇਖਾਂਗੇ। ਪਹਿਲਾਂ ਤਾਂ ਆਪਾਂ ਉਹ ਟੌਪਿਕ ਦੇਖ ਲਈਏ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ PM ਕੇਅਰਸ ਫॉर ਚਿਲਡਰਨ, ਜੋ PM ਕੇਅਰਸ ਫॉर ਚਿਲਡਰਨ ਆ ਉਹਦੇ ਬਾਰੇ ਦੇਖਾਂਗੇ। ਫਿਰ ਆਪਾਂ ਚੀਤਾ ਰੀਲੋਕੇਸ਼ਨ ਕਰ ਰਹੇ ਹਾਂ, ਚੀਤੇ ਬਾਰੇ ਦੇਖਾਂਗੇ। ਜਿਵੇਂ ਤੁਸੀਂ ਥੰਬਨੇਲ 'ਚ ਦੇਖਿਆ ਹੋਣਾ ਚੀਤੇ ਅਤੇ ਜੋ ਲੈਪਰਡ ਉਹਦੇ 'ਚ ਕੀ ਡਿਫਰੈਂਸ ਆ ਉਹ ਵੀ ਆਪਾਂ ਦੇਖਦੇ ਹਾਂ। ਫਿਰ ਆਪਾਂ ਦੇਖਣਾ ਜੀ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਕੀ ਹੁੰਦੀ ਆ, ਉਹਨੂੰ ਦੇਖਾਂਗੇ। ਵਰਲਡ ਮਿਲਕ ਡੇ ਇੱਕ ਆਪਣੇ ਕੋਲ ਉਹ ਦੇਖਦੇ ਹਾਂ ਜੀ, ਰੈੱਡ ਸੈਂਡਲ ਜਿਹਨੂੰ ਆਪਾਂ ਮੂਵੀ ਦੇਖੀ ਆ ਪੁਸ਼ਪਾ, ਤੁਸੀਂ ਉਹਦੇ ਵਿੱਚ ਯੂਜ਼ ਕੀਤਾ ਗਿਆ ਲੱਕੜੀ ਨੂੰ, ਉਹ ਦੇਖਦੇ ਹਾਂ ਆਪਾਂ। ਕ੍ਰੋਸ ਜੋ ਆਪਣੀ ਕੋਰ ਸੈਕਟਰ ਆਊਟਪੁੱਟ ਆ ਉਹਦੇ ਬਾਰੇ ਦੇਖਦੇ ਹਾਂ। ਤਾਂ ਕਾਫੀ ਇੰਪੋਰਟੈਂਟ ਵੀਡੀਓ ਅੱਜ ਦੀ, ਕਾਫੀ ਡਿਟੇਲ ਦੇ ਵਿੱਚ ਆਪਾਂ ਚੀਜ਼ਾਂ ਦੇਖਾਂਗੇ। ਇਸ ਵੀਡੀਓ ਸੀਰੀਜ਼ ਦਾ ਸਭ ਤੋਂ ਜੋ ਪੋਜ਼ੀਟਿਵ ਪੁਆਇੰਟ ਇਹ ਆ ਕਿ ਇਹ ਕਰੰਟ ਪਲੱਸ ਸਟੈਟਿਕ, ਜੋ ਸਟੈਟਿਕ ਪਾਰਟ ਆ ਸਾਡਾ ਉਹਨੂੰ ਬਹੁਤ ਡਿਟੇਲ ਦੇ ਵਿੱਚ ਦੇਖਦੀ ਆ। ਬਾਕੀ ਜੇ ਤੁਸੀਂ ਹੁਣ ਦਾ ਸਿਨੈਰੀਓ ਦੇਖਿਆ ਹੋਊਗਾ PPSC ਦਾ, UPSC ਦਾ ਵੀ ਜੇ ਪੇਪਰ ਦੇ ਰਹੇ ਤਾਂ ਜੋ ਪੈਟਰਨ ਉਹ ਕਾਫੀ ਟਫ ਆ ਰਿਹਾ ਆ, ਕਾਫੀ ਡਿਟੇਲ ਦੇ ਵਿੱਚੋਂ ਪੁੱਛ ਰਿਹਾ। ਤਾਂ ਤੁਸੀਂ ਜੋ ਉੱਪਰੋਂ ਪੜ੍ਹ ਕੇ ਜੋ ਟਾਈਮ ਹੁੰਦਾ ਸੀ ਪਹਿਲਾਂ MCQs ਕਰ ਲਓ ਕਰੰਟ ਅਫੇਅਰ ਦੇ, ਉਸ ਤਰੀਕੇ ਨਾਲ ਨਹੀਂ ਹੋਊਗਾ, ਤੁਹਾਨੂੰ ਡਿਟੇਲ 'ਚ ਪੜ੍ਹਨਾ ਹੀ ਪਊਗਾ। ਠੀਕ ਹੈ ਜੀ, ਹਾਂਜੀ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਅਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਕੁਐਸਚਨ ਪਹਿਲਾਂ ਦੇਖਦੇ ਹਾਂ। ਇਹਦਾ ਜੋ ਆਨਸਰ ਹੈ ਉਹ ਮੈਂ ਦੱਸਦਾ ਕਿੱਥੇ ਮਿਲੂਗਾ। ਪਹਿਲਾਂ ਆਪਾਂ ਕੁਐਸਚਨ ਦੇਖਦੇ ਹਾਂ। ਕੁਐਸਚਨ ਆਪਣੇ ਕੋਲੇ ਇਨ ਦਾ ਇੰਡੈਕਸ ਆਫ 8 ਕੋਰ ਇੰਡਸਟਰੀਜ਼। ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਜੋ ਅੱਜ ਦਾ ਟੌਪਿਕ ਵੀ ਹੈ 8 ਕੋਰ ਇੰਡਸਟਰੀ, ਇਹਦਾ ਆਨਸਰ ਉਸੇ ਟੌਪਿਕ 'ਚੋਂ ਮਿਲੂਗਾ। ਠੀਕ ਹੈ, ਤਾਂ 8 ਕੋਰ ਇੰਡਸਟਰੀ ਦੇ ਰਿਲੇਟਡ ਉਹਨਾਂ ਨੇ ਕਿਹਾ ਕਿ ਵਿਚ ਵਨ ਆਫ ਦਾ ਫੋਲੋਇੰਗ ਇਜ਼ ਦਾ ਗਿਵਨ ਦਾ ਹਾਈਐਸਟ ਵੇਟੇਜ। ਕਹਿੰਦੇ ਥੱਲੇ ਦਿੱਤੇ ਆਪਸ਼ਨ ਦੇ ਵਿੱਚੋਂ ਕਿਹਦਾ ਸਭ ਤੋਂ ਵੱਧ ਵੇਟੇਜ ਆ ਆਪਣੇ ਕੋਲੇ ਕੋਰ ਸੈਕਟਰ ਇੰਡਸਟਰੀ ਦਾ। ਆਪਸ਼ਨ ਨੰਬਰ A ਆ ਕੋਲ ਪ੍ਰੋਡਕਸ਼ਨ ਦਾ, ਆਪਸ਼ਨ ਨੰਬਰ B ਸਾਡੇ ਕੋਲ ਇਲੈਕਟ੍ਰਿਸਿਟੀ ਜਨਰੇਸ਼ਨ, ਆਪਸ਼ਨ ਨੰਬਰ 3 ਹੈ ਫਰਟੀਲਾਈਜ਼ਰ ਪ੍ਰੋਡਕਸ਼ਨ, ਐਂਡ ਆਪਸ਼ਨ ਨੰਬਰ 4 ਹੈ ਰਿਫਾਈਨਰੀ ਪ੍ਰੋਡਕਟਸ। ਠੀਕ ਹੈ, ਅਤੇ ਜੋ ਆਨਸਰ ਇਹਦਾ ਇੱਥੇ ਮੈਂ ਨਹੀਂ ਦੱਸੂਗਾ, ਜੇ ਤੁਹਾਨੂੰ ਪਤਾ ਤਾਂ ਤੁਸੀਂ ਦੱਸ ਸਕਦੇ ਹੋ, ਨਹੀਂ ਤਾਂ ਵੀਡੀਓ ਨੂੰ ਦੇਖੋ। ਜੋ ਟੌਪਿਕ ਆਪਾਂ ਕੋਰ ਇੰਡਸਟਰੀ ਵਾਲਾ ਜਦੋਂ ਕਵਰ ਕਰਾਂਗੇ ਉਸ ਤੋਂ ਬਾਅਦ ਇੱਕ ਵਾਰ ਫਿਰ ਆਪਾਂ ਕੁਐਸਚਨ ਦੇਖਾਂਗੇ ਵੀਡੀਓ ਦੇ ਬਿਲਕੁਲ ਲਾਸਟ 'ਤੇ, ਫਿਰ ਇਹਦਾ ਆਨਸਰ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ ਜੋ ਆਪਣੇ ਕੋਲ ਸਟੱਡੀ ਮਟੀਰੀਅਲ ਉਹਦੇ ਵਿੱਚੋਂ ਮਿਲਦਾ ਕਿ ਨਹੀਂ ਮਿਲਦਾ ਜੀ। ਚਲੋ, ਅਤੇ ਜੋ ਫਸਟ ਅੱਜ ਦੀ ਆਪਣੀ ਨਿਊਜ਼ ਹੈ ਉਹ ਹੈ ਜੀ ਰਿਲੇਟਡ ਟੂ ਚੀਤਾ ਰੀਲੋਕੇਸ਼ਨ ਇਨ ਇੰਡੀਆ। ਜੋ ਚੀਤਾ ਜਾਨਵਰ ਆ ਉਹਨੂੰ ਅਸੀਂ ਰੀਲੋਕੇਟ ਕਰ ਰਹੇ ਹਾਂ ਇੰਡੀਆ ਦੇ ਵਿੱਚ। ਹਾਂਜੀ, ਇਹਦੇ ਨਾਲ ਇੱਕ ਇਨਫੋਰਮੇਸ਼ਨ ਹੋਰ ਲੈ ਲਓ। ਜੇ ਤੁਹਾਨੂੰ ਇਸ ਲੈਕਚਰ ਦੀ PDF ਚਾਹੀਦੀ ਹੈ ਤਾਂ ਟੈਲੀਗ੍ਰਾਮ 'ਤੇ ਚੈਨਲ ਹੈ ਮੇਰਾ ਫਤਿਹ ਸਰ, ਤੁਸੀਂ ਉੱਥੇ ਆਓ ਅਤੇ ਉਸ ਚੈਨਲ ਨੂੰ ਜੁਆਇਨ ਕਰੋ ਅਤੇ ਉੱਥੋਂ ਇਹ PDF ਨੂੰ ਡਾਊਨਲੋਡ ਕਰ ਲਓ ਜੀ। ਚਲੋ ਸ਼ੁਰੂ ਕਰਦੇ ਫਿਰ ਆਪਾਂ। ਚੀਤਾ ਰੀਲੋਕੇਸ਼ਨ ਦੀ ਗੱਲ ਹੋ ਰਹੀ ਹੈ। ਜੋ ਇੰਡੀਆ ਆ ਉਹ ਰੀਲੋਕੇਸ਼ਨ ਕਰ ਰਿਹਾ, ਰਿਲੀਜ਼ਿੰਗ ਕਰ ਰਿਹਾ ਚੀਤਾ ਫਰੋਮ ਸਾਊਥ ਅਫਰੀਕਾ। ਆਪਾਂ ਸਾਊਥ ਅਫਰੀਕਾ ਤੋਂ ਅਤੇ ਨਾਮਬੀਆ ਇਹ 2 ਕੰਟਰੀਜ਼ ਤੋਂ ਚੀਤਾ ਲੈ ਕੇ ਆਵਾਂਗੇ ਅਤੇ ਇਹਨੂੰ ਇੰਡੀਆ ਦੇ ਵਿੱਚ ਮੱਧ ਪ੍ਰਦੇਸ਼ ਜਿਹੜੀ ਆਪਣੀ ਸਟੇਟ ਆ ਉੱਥੇ ਇੱਕ ਸਾਡੇ ਕੋਲ ਵਾਈਲਡ ਲਾਈਫ ਪਾਰਕ ਆ ਜੀ, ਕੁਨੋ ਪਾਲਪੁਰ ਇਨ ਸ਼ੇਰੋਪੁਰ। ਠੀਕ ਹੈ, ਯਾਦ ਰੱਖਿਓ ਕੁਨੋ ਪਾਲਪੁਰ। ਠੀਕ ਹੈ, ਬਹੁਤ ਇੰਪੋਰਟੈਂਟ ਆ ਜੀ। ਇੱਥੇ ਅਸੀਂ ਚੀਤੇ ਨੂੰ ਰੀਲੋਕੇਟ ਕਰਾਂਗੇ। ਇਹ ਹੁੰਦਾ ਜੀ ਲੈਪਰਡ ਅਤੇ ਇਹ ਹੁੰਦਾ ਆਪਣੇ ਕੋਲ ਚੀਤਾ। ਦੋਨਾਂ 'ਚ ਡਿਫਰੈਂਸ ਦੇਖ ਲਓ। ਜੋ ਲੈਪਰਡ ਉਹਦਾ ਮੂੰਹ ਥੋੜ੍ਹਾ ਜਿਹਾ ਜ਼ਿਆਦਾ ਵੱਡਾ ਹੁੰਦਾ ਆ, ਚੀਤੇ ਦਾ ਮੂੰਹ ਛੋਟਾ ਹੁੰਦਾ ਆ, ਅਤੇ ਚੀਤੇ ਦੀ ਜਿਹੜੀ ਨਿਸ਼ਾਨੀ ਹੁੰਦੀ ਹੈ ਇਹਦੇ ਅੱਖਾਂ 'ਤੇ ਧਾਰੀਆਂ ਹੁੰਦੀਆਂ। ਠੀਕ ਹੈ, ਇਹ ਲੈਪਰਡ ਦੇ ਧਾਰੀਆਂ ਨਹੀਂ ਹੁੰਦੀਆਂ। ਕਲੀਅਰ ਆ ਜੀ। ਅਤੇ ਜੋ ਲੈਪਰਡ ਹੁੰਦਾ ਉਹਦੇ ਜੋ ਸਰੀਰ 'ਤੇ ਡਾਟ ਹੁੰਦੇ ਉਹ ਕਾਫੀ ਕਲੋਜ਼ਲੀ ਹੁੰਦੇ ਆ, ਇਹਦੇ ਉਹ ਡਾਟ ਥੋੜ੍ਹੇ ਦੂਰ ਹੁੰਦੇ ਆ। ਇਹ 2 ਨਿਸ਼ਾਨੀਆਂ ਹੁੰਦੀਆਂ ਜੋ ਕਿ ਚੀਤੇ ਅਤੇ ਲੈਪਰਡ ਨੂੰ ਅਲੱਗ-ਅਲੱਗ ਕਰਦੀਆਂ। ਆਪਾਂ ਜੋ ਦੇਖਦੇ ਹਾਂ ਪਾਰਕ ਵਿੱਚ, ਤੁਸੀਂ ਗਏ ਹੋਗੇ ਕਿਸੇ ਨਾ ਕਿਸੇ ਵਾਈਲਡ ਲਾਈਫ ਪਾਰਕ ਦੇ ਵਿੱਚ, ਤਾਂ ਉੱਥੇ ਆਪਾਂ ਲੈਪਰਡ ਨੂੰ ਦੇਖਦੇ ਹਾਂ, ਚੀਤਾ ਇੰਡੀਆ ਵਿੱਚ ਨਹੀਂ ਹੈਗਾ। ਠੀਕ ਹੈ, ਧਿਆਨ ਰੱਖਿਓ ਚੀਤਾ ਆਪਣੇ ਇੰਡੀਆ ਵਿੱਚ ਨਹੀਂ ਹੈ। ਚਲੋ ਫਿਰ ਆਪਾਂ ਦੇਖਦੇ ਅੱਗੇ। ਇੰਡੀਆ ਦਾ ਇੱਕ ਐਂਬੀਸ਼ੀਅਸ ਪਲਾਨ ਆ, ਠੀਕ ਹੈ, ਜਿਹਦੇ ਵਿੱਚ ਅਸੀਂ ਟਰਾਂਸਲੋਕੇਟ ਕਰ ਰਹੇ ਹਾਂ, ਟਰਾਂਸਕੌਂਟੀਨੈਂਟਲ ਰੀਲੋਕੇਸ਼ਨ।
मतलब जो एक ਕੌਂਟੀਨੈਂਟ ਤੋਂ ਲੈ ਕੇ ਦੂਜੇ ਕੌਂਟੀਨੈਂਟ ਤੱਕ ਆਪਾਂ ਜਿਹੜੇ ਚੀਤਾ ਨੂੰ ਸ਼ਿਫਟ ਕਰ ਰਹੇ ਹਾਂ। ਜੇ ਆਪਾਂ ਇੰਡੀਆ ਦੇ ਪਰਸਪੈਕਟਿਵ ਦੇਖੀਏ ਤਾਂ ਇੰਡੀਆ ਦੇ ਵਿੱਚ ਸਾਡੀ ਕੰਟਰੀ ਦੇ ਵਿੱਚ ਜੋ ਲਾਸਟ ਚੀਤਾ ਸੀਗਾ ਉਹ ਸਪੌਟ ਕੀਤਾ ਗਿਆ ਸੀਗਾ ਛੱਤੀਸਗੜ੍ਹ ਦੇ ਵਿੱਚ 1947 'ਚ ਆਜ਼ਾਦੀ ਦੇ ਟਾਈਮ 'ਤੇ ਉਹ ਮਰ ਗਿਆ ਸੀਗਾ। ਉਸ ਤੋਂ ਬਾਅਦ ਅਸੀਂ ਡਿਕਲੇਅਰ ਕਰ ਦਿੱਤਾ ਕਿ ਸਾਡੀ ਕੰਟਰੀ ਵਿੱਚ ਜਿਹੜੇ ਚੀਤੇ ਆ ਐਕਸਟਿੰਕਟ ਆ, ਮਤਲਬ ਉਹ ਸਾਡੀ ਕੰਟਰੀ ਵਿੱਚ ਹੈ ਹੀ ਨਹੀਂ 1952 ਦੇ ਵਿੱਚ। ਉਦੋਂ ਬਾਅਦ WII ਜੋ ਸਾਡੀ ਹੈਗਾ ਜੀ ਵਾਈਲਡ ਲਾਈਫ ਇੰਸਟੀਟਿਊਟ ਆਫ ਇੰਡੀਆ, ਇਹਨਾਂ ਨੇ ਕੁਛ ਸਮ ਈਅਰ ਬੈਕ ਕੁਛ ਸਾਲ ਪਹਿਲਾਂ ਪ੍ਰਿਪੇਅਰ ਕੀਤਾ ਕਿ ਅਸੀਂ ਚੀਤੇ ਨੂੰ ਰੀਇੰਟਰੋਡਿਊਸ ਕਰਨਾ ਆ ਇੰਡੀਆ ਦੇ ਵਿੱਚ, ਅਤੇ ਆਪਾਂ ਇਹ ਪ੍ਰੋਜੈਕਟ ਲੈ ਕੇ ਆਏ ਆ ਚੀਤਾ ਰੀਇੰਟਰੋਡਕਸ਼ਨ ਪ੍ਰੋਜੈਕਟ। ਹੁਣ ਕੁਛ ਆਪਾਂ ਜਿਹੜੀਆਂ ਕੀ ਪੁਆਇੰਟ ਦੇਖਦੇ ਹਾਂ ਰਿਲੇਟਡ ਟੂ ਚੀਤਾ। ਜੋ ਚੀਤਾ ਹੈ ਉਹ ਵਰਲਡ ਦਾ ਜੋ ਸਭ ਤੋਂ ਤੇਜ਼ ਭੱਜਣ ਵਾਲਾ ਜੀ ਫਾਸਟੈਸਟ ਲੈਂਡ ਮੈਮਲ ਆ, ਬਹੁਤ ਦੁਨੀਆ 'ਤੇ ਜੇ ਆਪਾਂ ਕਹੀਏ ਜੀ ਅਰਥ 'ਤੇ ਸਭ ਤੋਂ ਤੇਜ਼ ਭੱਜਣ ਵਾਲੇ ਜਾਨਵਰ ਆ ਉਹ ਚੀਤਾ ਹੈ ਆਪਣੇ ਕੋਲੇ। ਇਹ ਸਾਨੂੰ ਅਫਰੀਕਾ ਅਤੇ ਏਸ਼ੀਆ ਵਿੱਚ ਮਿਲਦਾ ਆ। ਜੇ ਆਪਾਂ ਅਫਰੀਕਨ ਚੀਤੇ ਦੀ ਗੱਲ ਕਰੀਏ ਤਾਂ ਇਹ IUCN ਦੀ ਲਿਸਟ ਦੇ ਵਿੱਚ ਆਉਂਦਾ ਆ ਵਲਨਰੇਬਲ, ਠੀਕ ਹੈ। ਜੋ ਵੀ ਪੁਆਇੰਟ ਮੈਂ ਦੱਸ ਰਿਹਾ ਕਾਫੀ ਇੰਪੋਰਟੈਂਟ ਆ, ਨੋਟ ਕਰਦੇ ਰਹੋ। ਉਸ ਤੋਂ ਬਾਅਦ ਏਸ਼ੀਆਟਿਕ ਚੀਤੇ ਦੀ ਗੱਲ ਕਰੀਏ ਤਾਂ ਇਹ ਹੈਗਾ ਕ੍ਰਿਟੀਕਲੀ ਐਂਡੇਂਜਰਡ, ਠੀਕ ਹੈ। ਦੋਨਾਂ ਦਾ IUCN ਰੈੱਡ ਲਿਸਟ ਦੇ ਵਿੱਚ ਜਿਹੜਾ ਨਾਮ ਉਹ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ ਸਾਡੀ ਜਿਹੜੀ ਮਿਨਿਸਟਰੀ ਆਫ ਐਨਵਾਇਰਨਮੈਂਟ ਆ ਉਹਦੀ ਇੱਕ 19th ਮੀਟ ਹੋਈ ਸੀਗੀ NTCA ਦੀ। NTCA ਕਿ ਆਪਣੇ ਕੋਲੇ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ, ਇਹਨਾਂ ਦੀ ਜੋ 19th ਮੀਟ ਹੋਈ ਸੀਗੀ ਉੱਥੇ ਆਪਾਂ ਰਿਲੀਜ਼ ਕੀਤਾ ਇੱਕ ਐਕਸ਼ਨ ਪਲਾਨ ਫॉर ਇੰਟਰੋਡਕਸ਼ਨ ਆਫ ਚੀਤਾ ਇਨ ਇੰਡੀਆ, ਠੀਕ ਹੈ। ਤੋ NTCA ਜਿਹੜੀ ਹੈਗੀ ਬੋਡੀ ਫੁੱਲ ਫਾਰਮ ਆਪਾਂ ਦੇਖ ਲਈ ਆ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ। ਜੇ ਆਪਾਂ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਦੀ ਗੱਲ ਕਰੀਏ ਤਾਂ ਇਹਨੇ ਡਿਸਾਈਡ ਕੀਤਾ ਕਿ ਅਸੀਂ 50 ਜੋ ਅਫਰੀਕਨ ਚੀਤਾਜ਼ ਆ ਉਹਨਾਂ ਨੂੰ ਆਪਾਂ ਨਾਮੀਬੀਆ ਤੋਂ ਲੈ ਕੇ ਆਉਣਾ ਅਤੇ ਇੰਡੀਆ ਦੇ ਵਿੱਚ ਉਹਨਾਂ ਨੂੰ ਇੰਟਰੋਡਿਊਸ ਕਰਨਾ ਹੈ ਆਉਣ ਵਾਲੇ 5 ਸਾਲਾਂ ਦੇ ਵਿੱਚ, ਯਾਨੀ ਕਿ 5 ਸਾਲਾਂ ਵਿੱਚ ਆਪਾਂ 50 ਚੀਤੇ ਲੈ ਕੇ ਆਉਣੇ ਆ ਅਫਰੀਕਾ ਤੋਂ। ਹੁਣ ਆਪਾਂ ਦੇਖਦੇ ਥੋੜ੍ਹਾ ਜਿਹਾ ਕਿ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਕੀ ਆ। 2-3 ਵਾਰ ਇਹਦਾ ਨਾਮ ਆ ਗਿਆ। ਇਹ ਕੀ ਚੀਜ਼ ਆ ਜੀ, ਇੱਕ ਸਟੈਚੂਟਰੀ ਬੋਡੀ ਆ, ਠੀਕ ਆ। NTCA ਇਜ਼ ਆ ਸਟੈਚੂਟਰੀ ਬੋਡੀ। ਹੁਣ ਸਟੈਚੂਟਰੀ ਬੋਡੀ ਕੀ ਹੁੰਦੀ ਆ ਮੈਂ 1-2 ਵੀਡੀਓ 'ਚ ਪਹਿਲਾਂ ਵੀ ਦੱਸ ਚੁੱਕਿਆ ਆ। ਉਮੀਦ ਆ ਤੁਸੀਂ ਉਹ ਵੀਡੀਓ ਦੇਖੀਆਂ ਹੋਣਗੀਆਂ, ਜੇ ਨਹੀਂ ਦੇਖੀਆਂ ਤਾਂ ਇੱਕ ਵਾਰ ਜ਼ਰੂਰ ਦੇਖੋ ਤਾਂ ਕਿ ਜੋ ਵੀ ਜਿੰਨੀਆਂ ਵੀ ਸੀਰੀਜ਼ ਆ ਰਹੀਆਂ ਨਾ ਪੂਰੀ ਦੀ ਪੂਰੀ ਵੀਡੀਓ ਬਹੁਤ ਇੰਪੋਰਟੈਂਟ ਆ, ਸਾਰੀਆਂ ਵੀਡੀਓ ਦੇਖਦੇ ਰਹੋ ਤਾਂ ਕਿ ਤੁਹਾਡੀ ਕੰਟੀਨਿਊਟੀ ਬਣੀ ਰਹੇ, ਕਿਉਂਕਿ ਇਹਦੇ ਵਿੱਚ ਸਟੈਟਿਕ ਪੋਰਸ਼ਨ ਬਹੁਤ ਜ਼ਿਆਦਾ ਕਵਰ ਹੋ ਰਿਹਾ ਜੀ ਕਰੰਟ ਦੇ ਨਾਲ, ਠੀਕ ਹੈ। ਅਤੇ ਜਿਹੜੀ ਇਹ ਆਪਣੇ ਕੋਲ NTCA ਆ ਇੱਕ ਸਟੈਚੂਟਰੀ ਬੋਡੀ ਆ ਅੰਡਰ ਦਾ ਮਿਨਿਸਟਰੀ ਆਫ ਐਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ। ਤੋਂ ਜਿਹੜੀ ਫੋਰੈਸਟ ਐਂਡ ਕਲਾਈਮੇਟ ਚੇਂਜ ਵਾਲੀ ਮਿਨਿਸਟਰੀ ਆ ਉਹਦੇ ਅੰਡਰ ਇਹ ਬੋਡੀ ਆਉਂਦੀ ਆ। ਇਹਨੂੰ ਸਟੈਬਲਿਸ਼ ਕੀਤਾ ਗਿਆ ਸੀਗਾ 2005 ਦੇ ਵਿੱਚ, 2005 ਦੀ ਗੱਲ ਆ। ਅਤੇ ਇਹਦੀ ਜਿਹੜੀ ਰეკਮੈਂਡੇਸ਼ਨ ਸੀਗੀ ਉਹ ਦਿੱਤੀ ਗਈ ਸੀ ਟਾਈਗਰ ਟਾਸਕ ਫੋਰਸ। ਇੱਕ ਟਾਈਗਰ ਟਾਸਕ ਫੋਰਸ ਆਪਣੇ ਕੋਲ ਹੋਈ ਆ, ਉਹਨੇ ਰეკਮੈਂਡ ਕੀਤਾ ਸੀਗਾ ਕਿ ਇੰਡੀਆ ਨੂੰ ਜ਼ਰੂਰਤ ਹੈ ਇੱਕ NTCA ਦੀ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ। ਇਹ ਜਿਹੜੀ ਬੋਡੀ ਆ NTCA ਇਹ ਬਣਾਈ ਗਈ ਸੀ ਅੰਡਰ ਆ ਐਕਟ ਦਾ ਨਾਮ ਹੈਗਾ ਆਪਣੇ ਕੋਲ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972, ਜਿਹਨੂੰ ਕਿ ਅਮੈਂਡ ਕੀਤਾ ਗਿਆ ਸੀਗਾ 2006 ਦੇ ਵਿੱਚ। ਮਤਲਬ 2006 ਦੇ ਵਿੱਚ ਇਹਨੂੰ ਅਮੈਂਡ ਕੀਤਾ ਗਿਆ, 2005 ਦੇ ਵਿੱਚ ਇਹਦੀ ਰეკਮੈਂਡੇਸ਼ਨ ਆਈ ਸੀਗੀ। ਉਦੋਂ ਬਾਅਦ ਇਹ ਬੋਡੀ ਨੂੰ ਬਣਾਇਆ ਗਿਆ ਸੀਗਾ। ਕੰਮ ਕੀ ਸੀਗਾ ਇਸ ਬੋਡੀ ਦਾ? ਸਭ ਤੋਂ ਜ਼ਰੂਰੀ ਕੰਮ ਸੀਗਾ ਕਿ ਜੋ ਇੰਡੀਆ ਵਿੱਚ ਟਾਈਗਰ ਨੂੰ ਆਪਾਂ ਕੰਜ਼ਰਵ ਕਰਨਾ ਆ, ਟਾਈਗਰ ਦੀ ਪੋਪੂਲੇਸ਼ਨ ਨੂੰ ਇਨਕਰੀਜ਼ ਕਰਨਾ ਆ, ਉਸ ਚੀਜ਼ ਨੂੰ ਫੁੱਲਫਿਲ ਕਰਨ ਦੇ ਲਈ ਇਸ ਬੋਡੀ ਦੀ ਆਪਾਂ ਫਾਰਮੇਸ਼ਨ ਕੀਤੀ ਸੀਗੀ, ਇਹਨੂੰ ਬਣਾਇਆ ਸੀਗਾ। ਟਾਈਗਰ ਦੀ ਜਿਹੜੀ ਪੋਪੂਲੇਸ਼ਨ ਦੇਖੋ, ਹੁਣ ਮੈਂ ਤੁਹਾਨੂੰ ਸਟੋਰੀ ਥੋੜ੍ਹੀ ਜਿਹੀ ਸਮਝਾਉਣਾ, ਧਿਆਨ ਨਾਲ ਦੇਖਿਓ। ਜਿਹੜੇ ਆਪਣੇ ਕੋਲ ਚੀਤਾ ਆ ਆਪਾਂ ਹੁਣੇ ਦੇਖਿਆ ਕਿ 1947 ਦੇ ਵਿੱਚ ਉਹ ਲਾਸਟ ਚੀਤਾ ਦੀ ਮ੍ਰਿਤਿੂ ਹੋ ਗਈ ਅਤੇ 1952 ਦੇ ਵਿੱਚ ਆਪਾਂ ਇਹ ਅਨਾਊਂਸ ਕਰਤਾ ਕਿ ਚੀਤੇ ਸਾਡੀ ਕੰਟਰੀ ਦੇ ਵਿੱਚ ਨਹੀਂ ਹੈਗੇ, ਐਕਸਟਿੰਕਟ ਆ। ਉਸ ਤੋਂ ਬਾਅਦ ਹੌਲੀ ਹੌਲੀ ਜਿਹੜੇ ਟਾਈਗਰ ਆ ਉਹਨਾਂ ਦੀ ਪੋਪੂਲੇਸ਼ਨ ਵੀ ਕਾਫੀ ਘਟਦੀ ਸੀਗੀ ਅਤੇ ਇਹਨਾਂ ਨੂੰ ਬਚਾਉਣ ਦੇ ਲਈ ਅਸੀਂ 1973 ਦੇ ਵਿੱਚ ਪ੍ਰੋਜੈਕਟ ਟਾਈਗਰ ਸਟਾਰਟ ਕੀਤਾ ਸੀਗਾ, ਠੀਕ ਹੈ। ਇਹ ਐਕਸਟਰਾ ਇਨਫੋਰਮੇਸ਼ਨ ਨੋਟ ਕਰ ਲਿਓ, ਪ੍ਰੋਜੈਕਟ ਟਾਈਗਰ। ਇਸ ਪ੍ਰੋਜੈਕਟ ਟਾਈਗਰ ਦਾ ਪਰਪਸ ਕੀ ਸੀਗਾ ਕਿ ਆਪਾਂ ਆਪਣੇ ਦੇਸ਼ ਦੇ ਵਿੱਚ ਜਿਹੜੇ ਟਾਈਗਰ ਦੀ ਪੋਪੂਲੇਸ਼ਨ ਨੂੰ ਇਨਕਰੀਜ਼ ਕਰਨਾ। ਲੇਕਿਨ 1973 ਦੇ ਵਿੱਚ ਪ੍ਰੋਜੈਕਟ ਟਾਈਗਰ ਲਾਂਚ ਹੁੰਦਾ ਆ। 2005 ਤੱਕ ਜੇ ਆਪਾਂ ਦੇਖੀਏ ਤਾਂ ਪੋਪੂਲੇਸ਼ਨ ਵਧੀ ਨਹੀਂ ਸੀ ਟਾਈਗਰ ਦੀ, ਕੋਈ ਜ਼ਿਆਦਾ ਪ੍ਰੋਗਰੈਸ ਨਹੀਂ ਸੀਗੀ। ਇਸ ਕਰਕੇ ਇੱਕ ਟਾਈਗਰ ਟਾਸਕ ਫੋਰਸ ਬਣਾਈ ਗਈ, ਇੱਕ ਕਮੇਟੀ ਸੀਗੀ ਜਿਹਨੇ ਰਿਕਮੈਂਡ ਕੀਤਾ ਕਿ ਇਹਦੇ ਲਈ ਇੱਕ ਸਪੈਸ਼ਲ ਬੋਡੀ ਬਣਾਓ ਜਿਹਦਾ ਨਾਮ ਹੋਊਗਾ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ, ਅਤੇ ਉਹਨੂੰ ਇਹ ਕੰਮ ਦਿਓ ਕਿ ਤੁਸੀਂ ਟਾਈਗਰ ਨੂੰ ਕੰਜ਼ਰਵ ਕਰੋ, ਠੀਕ ਹੈ। ਜਦੋਂ ਤੋਂ ਇਹ ਬੋਡੀ ਆਈ ਆ 2005 ਜਾਂ 2006 'ਚ ਆਈ ਆ, ਉਦੋਂ ਬਾਅਦ ਹੀ ਟਾਈਗਰ ਦੀ ਪੋਪੂਲੇਸ਼ਨ ਇੰਡੀਆ ਵਿੱਚ ਵਧਣੀ ਇਨਕਰੀਜ਼ ਹੋ ਗਈ ਆ, ਕਿਉਂਕਿ ਟਾਈਗਰ ਨੂੰ ਕੰਜ਼ਰਵ ਕਰਨ ਦੀ ਜੋ ਅਥਾਰਟੀ ਸੀਗੀ, ਡਿਊਟੀ ਸੀਗੀ, ਆਪਾਂ ਉਹ NTCA ਨੂੰ ਦੇ ਦਿੱਤੀ ਆ। ਹੁਣ ਆਪਾਂ ਰਿਜ਼ਲਟ ਦੇਖਦੇ ਹਾਂ ਕਿ ਇਸ ਬੋਡੀ ਨੂੰ ਬਣਾਉਣ ਤੋਂ ਬਾਅਦ ਰਿਜ਼ਲਟ ਕੀ ਨਿਕਲਿਆ ਇੰਡੀਆ ਦੇ ਵਿੱਚ, ਟਾਈਗਰ ਦੀ ਪੋਪੂਲੇਸ਼ਨ ਵਧੀ ਆ ਕਿ ਨਹੀਂ ਵਧੀ ਜੀ। ਆਹ ਦੇਖੋ, ਜੇ ਆਪਾਂ ਦੇਖੀਏ 2006 ਦੇ ਵਿੱਚ ਸਾਡੇ ਕੋਲ 1411 ਟਾਈਗਰ ਸੀਗੇ, 2010 ਦੇ ਵਿੱਚ ਹੋ ਗਿਆ 1706, 2014 ਦੇ ਵਿੱਚ ਹੋ ਗਏ ਸੀਗੇ 2226 ਅਤੇ 2018 ਵਿੱਚ ਹੋ ਗਏ ਆਪਣੇ ਕੋਲ 2967 ਟਾਈਗਰ।
मतलब कितनी ग्रोथ हुई है साढ़े कोल टाइगर की पॉपूलेशन की, क्योंकि असी एक स्पैशल बॉडी बना दी सी। इत्थे सानूं 2-3 गल्लां असीं याद रखणियां कि जो टाइगर की पॉपूलेशन की जिहड़ी सेंसस हुंदा जी काउंटिंग करते हैं एवरी 4 ईयर, 4 साल बाद इहदी पॉपूलेशन की असीं काउंटिंग करते हैं। हुण इह 2022 ਵਿੱਚ ਦੀ ਦੁਬਾਰਾ ਤੋਂ ਇੱਕ ਵਾਰ ਕਾਊਂਟਿੰਗ ਹੋਣੀ ਆ, ਤਾਂ ਕਰਕੇ ਨਿਊਜ਼ ਲਈ ਇੰਪੋਰਟੈਂਟ ਆ। ਤੇ ਯਾਦ ਰੱਖਣਾ ਕਿ ਜੋ ਲਾਸਟ ਕਾਊਂਟਿੰਗ ਹੋਈ ਸੀਗੀ ਉਦੋਂ ਇਹਦੀ ਪੋਪੂਲੇਸ਼ਨ ਕਿੰਨੀ ਸੀਗੀ, ਅਤੇ ਸਭ ਤੋਂ ਜ਼ਿਆਦਾ ਜਿਹੜੀ ਪੋਪੂਲੇਸ਼ਨ ਉਹ ਮੱਧ ਪ੍ਰਦੇਸ਼ ਦੇ ਵਿੱਚ ਆ। ਸਟੇਟ ਵੀ ਪੁੱਛ ਲੈਂਦੇ ਹੁੰਦੇ ਆ। ਐਂਡ ਉਦੋਂ ਬਾਅਦ ਆਪਣੇ ਕੋਲ ਸੈਕਿੰਡ ਨੰਬਰ 'ਤੇ ਕਰਨਾਟਕਾ ਆਉਂਦਾ। ਤੇ ਦੋ ਸਟੇਟਾਂ ਯਾਦ ਰੱਖਿਓ ਜੋ ਕਿ ਕਾਫੀ ਇੰਪੋਰਟੈਂਟ ਨੇ। ਮੈਂ ਟਰਾਈ ਕੀਤਾ ਕਿ ਕਾਫੀ ਜ਼ਿਆਦਾ ਇਨਫੋਰਮੇਸ਼ਨ ਤੁਹਾਨੂੰ ਦੇ ਦੇਵਾਂ ਇਹਦੇ ਵਿੱਚ, ਅਤੇ ਉਮੀਦ ਆ ਤੁਹਾਨੂੰ ਕਾਫੀ ਇਨਫੋਰਮੇਸ਼ਨ ਮਿਲ ਗਈ ਵੀ ਹੋਣੀ ਆ। ਚਲੋ ਨੈਕਸਟ ਨਿਊਜ਼ ਆਪਣੇ ਕੋਲ ਵਰਲਡ ਮਿਲਕ ਡੇ। ਅਸੀਂ 1 ਜੂਨ ਨੂੰ ਵਰਲਡ ਮਿਲਕ ਡੇ ਨੂੰ ਸੈਲੀਬ੍ਰੇਟ ਕਰਦੇ ਹਾਂ, ਅਤੇ ਐਵਰੀ ਈਅਰ ਇਹਨੂੰ ਸੈਲੀਬ੍ਰੇਟ ਕਰਦੇ ਹਾਂ। ਜਿਹੜਾ ਵਰਲਡ ਮਿਲਕ ਡੇ ਆ ਡੇ ਐਸਟੈਬਲਿਸ਼ਡ ਬਾਏ, ਇਹ ਕਿਹਦੇ ਦੁਆਰਾ ਬਣਾਇਆ ਗਿਆ ਆ, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ FAO। ਹੁਣ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਇਹ ਦੱਸਣਾ ਕਿ ਜੋ FAO ਆ ਇਹਦਾ ਹੈੱਡਕੁਆਟਰ ਕਿੱਥੇ ਹੈ ਜੀ, ਠੀਕ ਹੈ। ਹੈੱਡਕੁਆਟਰ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ FAO ਦਾ। ਇੱਕ ਲਾਸਟ ਵੀਡੀਓ ਮੇਰੇ ਯਾਦ ਆ ਕਿਸੇ ਵੀਡੀਓ 'ਚ ਮੈਂ ਪੁੱਛਿਆ ਵੀ ਸੀਗਾ, ਅਤੇ ਉਹ 'ਚ ਮੈਂ ਦੱਸ ਵੀ ਦਿੱਤਾ ਸੀਗਾ, ਬਟ ਇੱਥੇ ਤੁਸੀਂ ਆਪ ਦੱਸਣਾ ਆ, ਠੀਕ ਹੈ। ਇਹਨੂੰ ਬਣਾਇਆ ਗਿਆ ਸੀਗਾ 2001 ਦੇ ਵਿੱਚ ਯੂਨਾਈਟਡ ਨੇਸ਼ਨ ਦੇ ਦੁਆਰਾ। ਇੱਕ ਯੂਨਾਈਟਡ ਨੇਸ਼ਨ ਦੀ ਹੀ ਬੋਡੀ ਆ। ਰਿਕਗਨਾਈਜ਼ ਦਾ ਇੰਪੋਰਟੈਂਸ ਆਫ ਮਿਲਕ ਐਜ਼ ਆ ਗਲੋਬਲ ਫੂਡ। ਜਿਹੜਾ ਮਿਲਕ ਆ ਕਹਿੰਦੇ ਗਲੋਬਲ ਫੂਡ ਆ, ਅਤੇ ਅਸੀਂ ਇਹ ਪਹਿਚਾਣ ਕਰਨੀ ਹੈ ਕਿ ਇਹਦੀ ਇੰਪੋਰਟੈਂਸ ਕਿੰਨੀ ਕੁ ਆ। ਜੋ ਥੀਮ ਦੀ ਗੱਲ ਕਰੀਏ, ਜੋ ਇਸ ਵਾਰ ਦਾ ਥੀਮ ਹੋਏਗਾ ਆ ਹਾਈਲਾਈਟ ਦਾ ਵਰਕ ਆਲਰੇਡੀ ਬੀਇੰਗ ਡਨ ਟੂ ਐਕਸਲਰੇਟ ਕਲਾਈਮੇਟ ਐਕਸ਼ਨ ਐਂਡ ਹੈਲਪ ਰਿਡਿਊਸ ਦਾ ਡੇਅਰੀ ਸੈਕਟਰਸ ਇੰਪੈਕਟ ਔਨ ਪਲੈਨਟ। ਤੋ ਇਹ ਕਾਫੀ ਵੱਡਾ ਇੱਕ ਆਪਣੇ ਕੋਲ ਹੈਗਾ ਜੀ ਥੀਮ, ਯਾਦ ਰੱਖਣਾ ਆਪਾਂ। ਚਲੋ ਉਦੋਂ ਬਾਅਦ ਇੰਡੀਅਨ ਡੇਅਰੀ ਸੈਕਟਰ ਦੇ ਬਾਰੇ ਦੇਖਦੇ ਹਾਂ ਕਿ ਇੰਡੀਆ ਦੇ ਵਿੱਚ ਜੋ ਡੇਅਰੀ ਸੈਕਟਰ ਆ ਉਹਦਾ ਕੀ ਹਾਲਾਤ ਆ ਉਹਦੇ। ਇੰਡੀਆ ਜਿਹੜਾ ਹੈਗਾ ਆ ਵਰਲਡ ਦਾ ਸਭ ਤੋਂ ਜ਼ਿਆਦਾ ਮਿਲਕ ਪ੍ਰੋਡਕਸ਼ਨ ਕੰਟਰੀ ਆ ਜੀ, ਸਭ ਤੋਂ ਜ਼ਿਆਦਾ ਮਿਲਕ ਪ੍ਰੋਡਿਊਸ ਕਰਨ ਵਾਲੀ ਕੰਟਰੀ ਆਪਣੀ ਇੰਡੀਆ ਆ। ਲਗਭਗ ਗਲੋਬ ਦਾ, ਪੂਰੀ ਅਰਥ ਦਾ 22%, 22% ਮਿਲਕ ਜਿਹੜਾ ਉਹ ਇੰਡੀਆ ਹੀ ਪ੍ਰੋਡਿਊਸ ਕਰਦਾ ਆ। ਇਸ ਤੋਂ ਬਾਅਦ USA ਦੀ ਵਾਰੀ ਆਉਂਦੀ ਹੈ, ਅਤੇ ਉਸ ਤੋਂ ਬਾਅਦ ਚਾਈਨਾ ਆਉਂਦਾ ਆ, ਫਿਰ ਪਾਕਿਸਤਾਨ ਅਤੇ ਬ੍ਰਾਜ਼ੀਲ। ਮਤਲਬ ਟੌਪ 'ਤੇ ਇੰਡੀਆ, ਸੈਕਿੰਡ ਨੰਬਰ 'ਤੇ USA, ਥਰਡ ਨੰਬਰ 'ਤੇ ਚਾਈਨਾ, ਫੋਰਥ ਨੰਬਰ 'ਤੇ ਪਾਕਿਸਤਾਨ, ਅਤੇ ਫਿਫਥ ਨੰਬਰ 'ਤੇ ਬ੍ਰਾਜ਼ੀਲ। ਤੁਸੀਂ ਪਹਿਲੇ 3 ਵੀ ਯਾਦ ਕਰ ਲਿਓ ਤਾਂ ਬਹੁਤ ਆ। ਜੇ ਆਪਾਂ ਮਿਲਕ ਪ੍ਰੋਡਕਸ਼ਨ ਦੀ ਗੱਲ ਕਰਦੇ ਹਾਂ ਤਾਂ ਆਪਣੀ ਕੰਟਰੀ ਦੇ ਵਿੱਚ ਕਾਫੀ ਇਹ ਵੱਧ ਰਿਹਾ ਆ, ਗਰੋ ਹੋ ਰਿਹਾ ਆ। ਜੇ ਆਪਾਂ ਦੇਖੀਏ ਕਿ 6.2% ਦੇ ਹਿਸਾਬ ਨਾਲ ਇਹ ਵਧਿਆ ਆ ਪਿਛਲੇ ਕੁਛ ਸਾਲਾਂ ਤੋਂ। ਜੇ ਆਪਾਂ ਦੇਖਦੇ ਹਾਂ ਜੀ 2020-21 ਦਾ ਡਾਟਾ, ਤਾਂ ਉਹਦੇ ਅਕੋਰਡਿੰਗ ਅਸੀਂ 209.96, ਠੀਕ ਹੈ, 209.96 ਜੋ ਮਿਲੀਅਨ ਟਨਸ ਆਪਣੇ ਕੋਲ ਇੰਨਾ ਅਸੀਂ ਮਿਲਕ ਪ੍ਰੋਡਿਊਸ ਕੀਤਾ ਆ। ਜਦ ਕਿ ਇਹ ਪ੍ਰੋਡਕਸ਼ਨ 2014 ਵਿੱਚ ਆਪਣੇ ਕੋਲ ਹੈਗੀ ਸੀਗੀ 146.31 ਮਿਲੀਅਨ ਟਨਸ ਸੀਗੀ, ਜੋ ਕਿ ਕਾਫੀ ਵਧੀਆ 6.2% ਤੱਕ ਵੱਧ ਗਈ ਆ। ਜੇ ਆਪਾਂ ਸਟੇਟਾਂ ਦੀ ਗੱਲ ਕਰੀਏ ਤਾਂ ਇੰਡੀਆ ਵਿੱਚ ਜਿਹੜੀਆਂ ਟੌਪ 5 ਮਿਲਕ ਪ੍ਰੋਡਿਊਸਿੰਗ ਸਟੇਟ ਆ, ਸਭ ਤੋਂ ਵੱਧ ਜਿਹੜਾ ਮਿਲਕ ਪ੍ਰੋਡਿਊਸ ਕੀਤਾ ਜਾਂਦਾ ਉੱਤਰ ਪ੍ਰਦੇਸ਼ ਦੇ ਦੁਆਰਾ। ਸੈਕਿੰਡ ਨੰਬਰ ਆਪਣੇ ਕੋਲ ਹੈਗਾ ਰਾਜਸਥਾਨ, ਥਰਡ ਨੰਬਰ 'ਤੇ ਹੈਗਾ ਮੱਧ ਪ੍ਰਦੇਸ਼, ਫਿਰ ਗੁਜਰਾਤ ਅਤੇ ਆਂਧਰਾ ਪ੍ਰਦੇਸ਼। ਸਟੇਟਾਂ ਵੀ ਜ਼ਰੂਰ ਯਾਦ ਰੱਖਿਓ, ਇੱਦਾਂ ਦੇ ਕੁਐਸਚਨ ਬਣਦੇ ਆ ਜੀ, ਬਹੁਤ ਇੰਪੋਰਟੈਂਟ ਆ। ਚਲੋ ਨੈਕਸਟ ਚੱਲਦੇ ਆਪਾਂ। ਨੈਕਸਟ ਨਿਊਜ਼ ਆਪਣੇ ਕੋਲ ਹੈਗੀ ਆ PM ਕੇਅਰਸ ਫॉर ਚਿਲਡਰਨ, ਬੱਚਿਆਂ ਦੇ ਲਈ। PM ਕੇਅਰ ਸਕੀਮ ਦਾ ਤੁਸੀਂ ਸੁਣੀ ਹੋਊਗੀ, ਜਿਹੜੀ ਇਹ ਸਕੀਮ ਹੈ ਬੱਚਿਆਂ ਦੇ ਲਈ ਹੈ, PM ਕੇਅਰਸ ਫॉर ਚਿਲਡਰਨ। ਜਿਹੜੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆ ਉਹਨਾਂ ਨੇ ਰਿਲੀਜ਼ ਕੀਤੀ ਇੱਕ ਸਕੀਮ ਜਿਹਦਾ ਨਾਮ ਆਪਣੇ ਕੋਲ ਹੈਗਾ PM ਕੇਅਰਸ ਫॉर ਚਿਲਡਰਨ ਸਕੀਮ। ਸਪੋਰਟ ਕਰੂਗੀ ਇਹ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਬੱਚਿਆਂ ਨੇ ਆਪਣੇ ਪੇਰੈਂਟਸ ਨੂੰ ਗਵਾ ਦਿੱਤਾ ਆ, ਜਾਂ ਜਿਨ੍ਹਾਂ ਦੇ ਬੱਚਿਆਂ ਦੇ ਪੇਰੈਂਟਸ ਦੀ ਮੌਤ ਹੋ ਗਈ ਆ ਡਿਊ ਟੂ COVID-19। ਜੋ COVID-19 ਦੀ ਪੈਂਡਮਿਕ ਆਈ ਸੀਗੀ, ਉਦੋਂ ਜੋ ਬੱਚਿਆਂ ਦੀ ਮ੍ਰਿਤੂ ਹੋਈ ਆ ਉਹਨਾਂ ਦੇ ਜੋ ਪੇਰੈਂਟਸ ਦੀ ਮ੍ਰਿਤੂ ਹੋਈ ਆ ਉਹਨਾਂ ਦੇ ਬੱਚਿਆਂ ਨੂੰ ਹੈਲਪ ਕਰੂਗੀ। ਲਾਂਚ ਕੀਤੀ ਗਈ ਹੈ ਇਹ ਸਕੀਮ ਮਈ 2021 ਦੇ ਵਿੱਚ। ਜਿਵੇਂ ਆਪਾਂ ਦੇਖਿਆ ਕਿ ਲਾਂਚ ਕਿਉਂ ਕੀਤੀ ਗਈ ਹੈ, ਲਾਂਚਡ ਫॉर ਸਪੋਰਟ ਕਰਨ ਦੇ ਲਈ ਅਤੇ ਐਮਪਾਵਰਮੈਂਟ ਕਰਨ ਦੇ ਲਈ ਬੱਚਿਆਂ ਨੂੰ। ਐਲੀਜੀਬਿਲਟੀ ਇਹਦੇ ਵਿੱਚ ਕੀ ਹੋਊਗੀ, ਇਹ ਕਿਹੜੇ ਬੱਚੇ ਇਹਦੇ ਵਿੱਚ ਇਨਰੋਲ ਕਰ ਸਕਦੇ ਆ, ਖਾਸ ਕਰ ਉਹ ਬੱਚੇ ਜਿਨ੍ਹਾਂ ਦੇ ਦੋਨੋਂ ਪੇਰੈਂਟਸ ਲੌਸਟ ਦਾ ਮਤਲਬ ਇੱਥੇ ਡੈਥ ਆ, ਜਿਨ੍ਹਾਂ ਦੇ ਦੋਨੋਂ ਪੇਰੈਂਟਸ ਜਾ ਚੁੱਕੇ ਆ, ਚਾਹੇ ਉਹਨਾਂ ਦੇ ਰੀਅਲ ਪੇਰੈਂਟਸ ਆ, ਚਾਹੇ ਉਹ ਸਰਵਾਈਵਿੰਗ ਪੇਰੈਂਟਸ ਆ, ਚਾਹੇ ਉਹ ਲੀਗਲੀ ਗਾਰਡੀਅਨ ਮਤਲਬ ਕਿਸੇ ਨੇ ਗੋਦ ਵਗੈਰਾ ਲਿਆ ਆ, ਚਾਹੇ ਅਡੋਪਟਡ ਪੇਰੈਂਟਸ ਆ। ਜਿੱਦਾਂ ਦੇ ਵੀ ਪੇਰੈਂਟਸ ਸੀਗੇ, ਜੇ ਉਹਨਾਂ ਦੀ ਮ੍ਰਿਤੂ ਹੋ ਜਾਂਦੀ ਆ ਤਾਂ ਉਹ ਉਹਨਾਂ ਨੂੰ ਇਸ ਸਕੀਮ ਦੇ ਅੰਡਰ ਕੰਸੀਡਰ ਕੀਤਾ ਜਾਊਗਾ, ਠੀਕ। ਚਲੋ ਜੀ, ਹੁਣ ਇਸ ਸਕੀਮ ਦੇ ਅੰਡਰ ਕੀ ਹੋਊਗਾ, ਇੰਸ਼ੋਰ ਕੀਤਾ ਗਿਆ ਆ ਕਿ ਹੈਲਥ ਇੰਸ਼ੋਰੈਂਸ ਮਿਲੂਗੀ 5 ਲੱਖ ਦੀ। ਜੋ ਬੱਚਾ ਇਸ ਸਕੀਮ ਦੇ ਅੰਡਰ ਆਊਗਾ ਉਹਨੂੰ 5 ਲੱਖ ਦੀ ਹੈਲਥ ਇੰਸ਼ੋਰੈਂਸ ਮਿਲੂਗੀ। ਉਹਨੂੰ ਐਜੂਕੇਸ਼ਨ ਫ੍ਰੀ ਮਿਲੂਗੀ, ਸਕਾਲਰਸ਼ਿਪ ਮਿਲੂਗੀ 20,000 ਫॉर ਆਲ ਸਕੂਲ ਗੋਇੰਗ ਚਿਲਡਰਨ, ਜਿੰਨੇ ਵੀ ਸਕੂਲ ਜਾਂਦੇ ਬੱਚੇ ਉਹਨਾਂ ਨੂੰ। ਐਜੂਕੇਸ਼ਨਲ ਲੋਨਸ ਫॉर ਦਾ ਹਾਇਰ ਐਜੂਕੇਸ਼ਨ, ਮਤਲਬ ਜੇ ਬੱਚਾ ਕੋਈ +2 ਤੋਂ ਬਾਅਦ ਅੱਗੇ ਪੜ੍ਹਨਾ ਚਾਹੁੰਦਾ ਤਾਂ ਉਹਨੂੰ ਐਜੂਕੇਸ਼ਨ ਲੋਨ ਮਿਲੂਗਾ। ਫਾਈਨੈਂਸ਼ੀਅਲ ਸਪੋਰਟ ਮਿਲੂਗੀ ਟਿਲ ਦੇ ਅਟੇਨ ਦਾ ਏਜ ਆਫ 23 ਈਅਰਸ, ਜਦੋਂ ਤੱਕ ਉਹ 23 ਸਾਲ ਦੀ ਉਮਰ ਦੇ ਨਹੀਂ ਹੁੰਦੇ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਵੀ ਮਿਲੂਗੀ।
फाइनैंशियल सपोर्ट ऑफ ₹10 ਲੱਖ ऑन अटेनिंग द 23 ईयर्स, जे वो कोई अपने लिए सैल्फ सफिशेंस एग्जिस्टेंस मतलब कोई इदां दा काम शुरू करना चाਹੁੰਦਾ ਜਾਂ ਆਪਣੇ ਲਈ ਉਹਨੂੰ 10 ਲੱਖ ਦੀ ਸਪੋਰਟ ਵੀ ਮਿਲੂਗੀ ਜਦੋਂ ਉਹ 23 ਸਾਲ ਦੀ ਉਮਰ ਉਹਨਾਂ ਨੇ 23 ਸਾਲ ਦੇ ਉਹ ਹੋ ਗਏ। ਠੀਕ ਹੈ, ਹੁਣ ਥੋੜਾ ਜਿਹਾ ਹੋਰ ਦੇਖ ਲੈਣੇ ਜੀ ਸਕੀਮ ਦੇ ਬਾਰੇ। ਇੱਕ ਪੋਸਟਰ ਆ ਜੋ ਗਵਰਨਮੈਂਟ ਨੇ ਲਾਂਚ ਕੀਤਾ ਸੀਗਾ, ਸੇਮ ਉਹੀ ਚੀਜ਼ ਆ PM ਕੇਅਰਸ ਫॉर ਚਿਲਡਰਨ। ਇੱਥੇ ਵੀ ਉਹੀ ਗੱਲਾਂ ਕੀਤੀਆਂ ਗਈਆਂ, ਟੂ ਕੇਅਰ ਫॉर द ਚਿਲਡਰਨ ਹੂ ਲੌਸਟ देयर ਪੇਰੈਂਟਸ, ਜਿਨ੍ਹਾਂ ਦੇ ਪੇਰੈਂਟਸ ਜਾ ਚੁੱਕੇ ਆ। ਮਨੀ ਦਿੱਤੀ ਜਾਊਗੀ 18 ਸਾਲ ਦੀ ਉਮਰ ਤੱਕ, ਫ੍ਰੀ ਐਜੂਕੇਸ਼ਨ ਹੋਊਗੀ। 10 ਲੱਖ ਰੁਪਏ ਆਪਾਂ ਹੁਣੇ ਦੇਖਿਆ ਜਦੋਂ 23 ਸਾਲ ਦੀ ਉਮਰ ਹੋ ਗਈ ਆ। 5 ਲੱਖ ਦਾ ਉਹਨਾਂ ਨੂੰ ਜੋ ਇੰਸ਼ੋਰੈਂਸ ਮਿਲੂਗੀ ਅਤੇ ਐਜੂਕੇਸ਼ਨ ਲੋਨ ਮਿਲੂਗਾ ਹਾਇਰ ਐਜੂਕੇਸ਼ਨ ਦੇ ਲਈ। ਇਹ ਚੀਜ਼ਾਂ ਆਪਾਂ ਦੇਖ ਚੁੱਕੇ ਹਾਂ ਜੀ। ਅੱਗੇ ਚੱਲਦੇ ਹਾਂ ਆਪਾਂ, ਨੈਕਸਟ ਨਿਊਜ਼ ਆ ਆਪਣੇ ਕੋਲ ਰੈੱਡ ਸੈਂਟਰਸ। ਉਹ ਜਿਹੜੀ ਲਾਲ ਚੰਦਨ ਦੀ ਆਪਾਂ ਗੱਲ ਕਰਦੇ ਹਾਂ, ਪੁਸ਼ਪਾ ਮੂਵੀ ਸਾਰਿਆਂ ਨੇ ਦੇਖੀ ਹੋਊਗੀ, ਉਹਦੇ ਨਾਲ ਰਿਲੇਟਡ ਹੀ ਆ। ਜੋ ਆਪਣੇ ਕੋਲ DRI ਆ, ਡਾਇਰੈਕਟਰੇਟ ਆਫ ਰੈਵਨਿਊ ਇੰਟੈਲੀਜੈਂਸ, ਉਹਨਾਂ ਨੇ ਰਿਕਵਰੀ ਕੀਤੀ ਆ 14.63 ਮੈਟ੍ਰਿਕ ਟਨਸ ਆਫ ਦਾ ਰੈੱਡ ਸੈਂਡਰ ਵਰਥ, ਜਿਹਦੀ ਕੀਮਤ ਆ 11.70 ਕਰੋੜ, ਮਤਲਬ ਲਗਭਗ 12 ਕਰੋੜ ਦੇ ਅਰਾਊਂਡ ਇਹਦੀ ਕੀਮਤ ਆ। ਅੰਡਰ ਦਾ ਆਪਰੇਸ਼ਨ ਰਖਤ ਚੰਦਨ, ਆਪਰੇਸ਼ਨ ਦਾ ਨਾਮ ਯਾਦ ਰੱਖਿਓ, ਰਖਤ ਚੰਦਨ ਆਪਰੇਸ਼ਨ ਦਾ ਨਾਮ ਆ। ਇਸ ਆਪਰੇਸ਼ਨ ਦੇ ਅੰਡਰ ਲਗਭਗ 14.5 ਮੈਟ੍ਰਿਕ ਟਨ ਜਿਹੜੀ ਆ ਉਹ ਲਾਲ ਚੰਦਨ ਦੀ ਲੱਕੜੀ ਰਿਕਵਰੀ ਕੀਤੀ ਗਈ ਆ, ਜਿਹਦੀ ਕੀਮਤ ਲਗਭਗ ਪੌਣੇ 12 ਕਰੋੜ ਆ। ਬਹੁਤ ਜ਼ਿਆਦਾ ਕੀਮਤ ਆ। ਦੇਖੋ ਜੀ ਇੱਦਾਂ ਦੀ ਹੁੰਦੀ ਹੈ ਦੇਖਣ ਦੇ ਵਿੱਚ, ਲਾਲ ਰੰਗ ਦੀ ਲੱਕੜ ਹੁੰਦੀ ਆ। ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਪ੍ਰਾਈਜ਼ ਆ। ਜੇ ਆਪਾਂ ਰੈੱਡ ਸੈਂਟਰ ਦੇ ਬਾਰੇ ਜਾਂ ਲਾਲ ਚੰਦਨ ਦੇ ਬਾਰੇ ਥੋੜ੍ਹੀ ਜਿਹੀ ਹੋਰ ਦੇਖਦੇ ਅੱਗੇ, ਇੰਡੀਅਨ ਐਂਡਮਿਕ ਟਰੀ ਸਪੀਸੀਜ਼ ਆ, ਮਤਲਬ ਕਾਫੀ ਇੱਕ ਖਤਰੇ ਵਾਲੀ ਸਪੀਸੀਜ਼ ਆ ਇੰਡੀਆ ਦੇ ਵਿੱਚ, ਜਿਹਦੇ ਕਿ ਰਿਸਟ੍ਰਿਕਟਡ ਕੀਤਾ ਗਿਆ ਆ ਜੋਗ੍ਰਾਫੀਕਲ ਰੇਂਜ ਇਨ ਦਾ ਈਸਟਰਨ ਘਾਟ। ਇਹ ਸਾਨੂੰ ਮਿਲਦੀ ਕਿੱਥੇ ਆ ਜੀ, ਈਸਟਰਨ ਘਾਟ ਦੇ ਵਿੱਚ ਹੀ ਮਿਲਦੀ ਆ, ਖਾਸ ਕਰਕੇ ਜੋ ਆਪਣੇ ਕੋਲ ਹੈਗਾ ਆਂਧਰਾ ਪ੍ਰਦੇਸ਼ ਵਾਲਾ ਰੀਜਨ, ਉੱਥੇ ਸਾਨੂੰ ਇਹ ਲੱਕੜ ਮਿਲਦੀ ਆ। ਸਪੀਸ਼ੀਜ਼ ਇਜ਼ ਇੰਡੇਂਜਰਡ, ਜਿਹੜੀ ਇਹਦੀ ਸਪੀਸ਼ੀਜ਼ ਆ ਉਹ ਇੰਡੇਂਜਰਡ ਆ, ਖਤਰੇ 'ਚ ਆ, ਮੁੱਕੀਆਂ ਹੋਈਆਂ ਆਪਣੇ ਕੋਲ ਕਾਫੀ ਜ਼ਿਆਦਾ ਖਤਰੇ 'ਚ ਆ। ਅਤੇ ਸਾਨੂੰ ਇਹ ਮਿਲਦੀ ਆ ਫੋਰੈਸਟ ਆਫ ਦਾ ਆਂਧਰਾ ਪ੍ਰਦੇਸ਼, ਜਿਵੇਂ ਮੈਂ ਹੁਣੇ ਦੱਸ ਕੇ ਹਟਾ ਕਿ ਆਂਧਰਾ ਪ੍ਰਦੇਸ਼ ਦੇ ਫੋਰੈਸਟ 'ਚ ਹੀ ਸਾਨੂੰ ਮਿਲਦੀਆਂ। ਜਿਹੜੀ ਇਹ ਲੱਕੜ ਆ, ਲਾਲ ਲੱਕੜ, ਨੋਰਮਲੀ ਇਹ ਗਰੋ ਕਰਦੀ ਆ ਰੌਕੀ ਮਤਲਬ ਇੱਦਾਂ ਦੀ ਪਥਰੀਲੀ ਜ਼ਮੀਨ 'ਤੇ, ਉੱਥੇ ਹੀ ਜ਼ਿਆਦਾ ਕਰਦੀ ਆ। ਰੈੱਡ ਸੋਇਲ ਹੋ ਗਈ ਉੱਥੇ ਕਰੂਗੀ, ਹੌਟ ਐਂਡ ਡਰਾਈ ਕਲਾਈਮੇਟ, ਇਹਦੇ ਲਈ ਇੱਦਾਂ ਦੀ ਕੰਡੀਸ਼ਨ ਚਾਹੀਦੀ ਆ। ਜੇ ਆਪਾਂ IUCN ਦੀ ਲਿਸਟ 'ਚ ਦੇਖੀਏ ਤਾਂ ਇਹ ਐਂਡੇਂਜਰਡ ਆ, ਮਤਲਬ ਕਾਫੀ ਖਤਰੇ 'ਚ ਆ। ਐਂਡਮਿਕ ਮਤਲਬ ਕਿ ਕਾਫੀ ਜ਼ਿਆਦਾ ਖਤਰੇ 'ਚ ਹੈ ਐਂਡਮਿਕ। ਜੇ ਆਪਾਂ ਵਾਈਲਡ ਲਾਈਫ ਪ੍ਰੋਟੈਕਸ਼ਨ ਦੀ ਗੱਲ ਕਰਦੇ ਹਾਂ, ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੀ, ਤਾਂ ਉੱਥੇ ਇਹ ਸ਼ਡਿਊਲ 2 ਦੇ ਵਿੱਚ ਆਉਂਦੀ ਆ। ਇਹ 2 ਪੁਆਇੰਟ ਬਹੁਤ ਹੀ ਇੰਪੋਰਟੈਂਟ ਆ। ਜੋ ਰੈੱਡ ਸੈਂਟਰ ਆ, ਲਾਲ ਚੰਦਨ ਦੀ ਲੱਕੜਾ ਕਿੱਥੇ ਪਾਈ ਜਾਂਦੀ ਆ, ਈਸਟਰਨ ਘਾਟ ਦੇ ਵਿੱਚ, ਆਂਧਰਾ ਪ੍ਰਦੇਸ਼ ਸਟੇਟ ਆ। IUCN ਲਿਸਟ ਦੇ ਵਿੱਚ ਇਹ ਐਂਡੇਂਜਰਡ ਆ, ਅਤੇ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਵਿੱਚ ਇਹ ਸੈਕੰਡ ਸ਼ਡਿਊਲ 'ਚ ਆਉਂਦੀ ਆ। ਠੀਕ ਆ, ਇਹਦੇ ਜਿਹੜੇ ਪ੍ਰੋਪਰਟੀਜ਼ ਕਾਫੀ ਜ਼ਿਆਦਾ ਵਧੀਆ ਆ, ਬਹੁਤ ਜ਼ਿਆਦਾ ਇਹਦੇ 'ਚ ਪ੍ਰੋਪਰਟੀਜ਼ ਨੇ। ਚਾਹੇ ਆਪਾਂ ਦੇਖੀਏ ਮੈਡੀਸਨ ਦੇ ਲਈ ਵੀ ਇਹਦਾ ਯੂਜ਼ ਕੀਤਾ ਜਾਂਦਾ, ਇਸ ਕਰਕੇ ਇਹਦੀ ਡਿਮਾਂਡ ਕਾਫੀ ਜ਼ਿਆਦਾ ਆ। ਚਾਹੇ ਉਹ ਏਸ਼ੀਆ 'ਚ ਦੇਖ ਲਈਏ ਜਾਂ ਆਪਾਂ ਪਰਟੀਕੂਲਰ ਚਾਈਨਾ 'ਚ ਦੇਖੀਏ ਤਾਂ ਉੱਥੇ ਇਹਦੀ ਜ਼ਿਆਦਾ ਡਿਮਾਂਡ ਆ। ਉੱਥੇ ਕੋਸਮੈਟਿਕ ਬਣਾਉਣ ਦੇ ਕੰਮ ਆਉਂਦੀ ਆ, ਮੈਡੀਸਿਨਸ ਹੋ ਗਿਆ ਉਹ ਉਹਨੂੰ ਯੂਜ਼ ਕਰਦੇ ਆ। ਹੋਰ ਵੀ ਕਾਫੀ ਜਿਹੜੇ ਹਾਈ ਕੁਆਲਿਟੀ ਫਰਨੀਚਰ ਹੋਣਗੇ ਜਾਂ ਵੁੱਡ ਕਰਾਫਟ ਆ, ਉੱਥੇ ਇਹਦਾ ਯੂਜ਼ ਕੀਤਾ ਜਾਂਦਾ ਆ। ਐਕਸਪੋਰਟ ਜੇ ਆਪਾਂ ਗੱਲ ਕਰਦੇ ਹਾਂ ਐਕਸਪੋਰਟ ਦੀ, ਤਾਂ ਜਿਹੜਾ ਐਕਸਪੋਰਟ ਆ ਉਹ ਲਾਲ ਚੰਦਨ ਦਾ ਉਹ ਪ੍ਰੋਹਿਬਿਟਡ ਆ ਇੰਡੀਆ ਦੇ ਵਿੱਚ। ਠੀਕ ਹੈ, ਜਿਹੜੀ ਵੀ ਫੋਰਨ ਟਰੇਡ ਪੋਲਿਸੀ ਆਪਣੀ ਉਹਦੇ ਅਕੋਰਡਿੰਗ ਉਹਨੂੰ ਪ੍ਰੋਹਿਬਿਟਡ ਕੀਤਾ ਗਿਆ। ਇਟ ਮੀਨਸ ਜਿਵੇਂ ਜਿਵੇਂ ਗੌਰਮੈਂਟ ਅਲਾਉ ਕਰੇਗੀ ਉੱਦਾਂ ਹੀ ਤੁਸੀਂ ਉਹਦਾ ਐਕਸਪੋਰਟ ਕਰ ਸਕਦੇ ਹੋ, ਵਰਨਾ ਐਕਸਪੋਰਟ ਨਹੀਂ ਕਰ ਸਕਦੇ। ਨੈਕਸਟ ਆਪਣੇ ਕੋਲ ਹੈਗਾ ਕੋਰ ਸੈਕਟਰ ਆਊਟਪੁੱਟ। ਠੀਕ ਹੈ ਜੀ, ਕੋਰ ਸੈਕਟਰ ਆਊਟਪੁੱਟ ਕੀ ਆ, ਸਾਡੇ ਕੋਲ 8 ਕੋਰ ਇੰਡਸਟਰੀਅਲ ਸੈਕਟਰ ਆਪਣੇ ਕੋਲ, ਉਹਨਾਂ ਦਾ ਇੱਕ ਡਾਟਾ ਆਇਆ ਜਿਹਦੇ ਅਕੋਰਡਿੰਗ ਇਹ ਦੱਸਿਆ ਗਿਆ ਕਿ ਉਹਦੇ ਸਾਨੂੰ ਗਰੋਥ ਮਿਲੀ ਆ 8.4% ਦੀ। ਚੰਗੀ ਗੱਲ ਆ ਜੀ, ਸਾਡਾ ਜਿਹੜਾ ਕੋਰ ਸੈਕਟਰ ਆ ਸਾਡੇ ਕੋਲ ਉਹਦੇ 8.4% ਦੀ ਗਰੋਥ ਮਿਲੀ ਆ ਅਪ੍ਰੈਲ ਮੰਥ ਦੇ ਵਿੱਚ। ਠੀਕ, ਜੋ ਕਿ ਲਾਸਟ ਆਪਾਂ ਮਾਰਚ ਦੇਖੀਏ ਤਾਂ 4.9% ਸੀਗਾ, ਤਾਂ ਮਤਲਬ ਡਬਲ ਹੀ ਲਗਭਗ ਹੋ ਗਈ ਗਰੋਥ ਰੇਟ ਇੱਕ ਮੰਥ ਬਾਅਦ। ਜੇ ਆਪਾਂ 8 ਕੋਰ ਇੰਡਸਟਰੀ ਦੀ ਗੱਲ ਕਰੀਏ ਜਾਂ 8 ਕੋਰ ਸੈਕਟਰ ਦੀ ਗੱਲ ਕਰੀਏ ਤਾਂ ਉਹ ਕੰਪਰਾਈਜ਼ ਕਰਦਾ ਆ 14.27%, ਲਗਭਗ 40% ਜਿਹੜਾ ਵੇਟੇਜ ਇਨ ਦਾ IIP ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ। ਸਿੰਪਲੀ ਦੱਸ ਦੇਣਾ, ਆਪਣੇ ਕੋਲ ਇੱਕ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਆ, ਉਹਦੇ ਵਿੱਚ ਲਗਭਗ ਜਿਹੜੇ 40% ਉਹ ਆਪਣੇ ਕੋਲ 8 ਕੋਰ ਇੰਡਸਟਰੀ ਦਾ ਡਾਟਾ ਹੀ ਹੈ। ਠੀਕ ਆ, ਜੇ ਆਪਾਂ 8 ਕੋਰ ਇੰਡਸਟਰੀ ਦੇਖੀਏ ਤਾਂ ਕਿਹੜੀਆਂ ਕਿਹੜੀਆਂ ਆਪਣੇ ਕੋਲ ਆ, ਇਹਨੂੰ ਜੇ ਆਪਾਂ ਡਿਕਰੀਜ਼ਿੰਗ ਆਰਡਰ 'ਚ ਦੇਖਦੇ ਹਾਂ, ਸਭ ਤੋਂ ਵੱਧ ਸਾਡੇ ਕੋਲ ਹੈਗਾ ਰਿਫਾਈਨਰੀ ਪ੍ਰੋਡਕਟ, ਉਸ ਤੋਂ ਬਾਅਦ ਆਪਣੇ ਕੋਲ ਹੈਗਾ ਇਲੈਕਟ੍ਰੀਸਿਟੀ, ਫਿਰ ਸਟੀਲ, ਫਿਰ ਕੋਲ, ਕਰੂਡ ਆਇਲ, ਨੈਚੁਰਲ ਗੈਸ, ਸੀਮੈਂਟ ਅਤੇ ਫਰਟੀਲਾਈਜ਼ਰ। ਤੁਸੀਂ ਇੱਥੇ 2 ਕੰਮ ਕਰਨਾ, ਇੱਕ ਤਾਂ 8 ਕੋਰ ਇੰਡਸਟਰੀ ਦੇ ਨਾਮ ਜ਼ਰੂਰ ਯਾਦ ਰੱਖਣੇ ਆ, ਦੂਜਾ ਸਭ ਤੋਂ ਜ਼ਿਆਦਾ ਕਿਹੜਾ ਉਦੋਂ ਘੱਟ ਕਿਹੜਾ, ਇਹ ਚੀਜ਼ਾਂ। ਜੇ ਆਪਾਂ ਅਪ੍ਰੈਲ ਦੇ ਅਕੋਰਡਿੰਗ ਦੇਖੀਏ, ਜੋ ਅਪ੍ਰੈਲ 2021 ਦਾ ਡਾਟਾ ਆ, ਉਹਦੇ ਅਕੋਰਡਿੰਗ ਸਾਡੇ ਕੋਲ 8 ਕੋਰ ਇੰਡਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਹੈਗਾ ਉਹ ਹੈਗਾ ਜੀ ਪੈਟਰੋਲੀਅਮ ਰਿਫਾਈਨਰੀ ਪ੍ਰੋਡਕਸ਼ਨ। ਠੀਕ ਹੈ, ਜਾਂ ਰਿਫਾਈਨਰੀ ਪ੍ਰੋਡਕਟ ਦੀ ਗੱਲ ਕਰੀਏ ਜੋ ਕਿ 28% ਦੇ ਅਬਾਊਟ ਆ।
ਇਲੈਕਟ੍ਰਿਸਿਟੀ ਦਾ ਜੋ ਹਿੱਸਾ ਹੈ ਉਹ 19% ਦੇ ਅਰਾਊਂਡ ਆ, 19%। ਸਟੀਲ ਜੋ ਹੈਗੀ ਆ 17.92 ਮਤਲਬ 18% ਦੇ ਅਰਾਊਂਡ ਹੀ ਆ। ਕੋਲ ਪ੍ਰੋਡਕਸ਼ਨ 10% ਦੇ ਅਰਾਊਂਡ ਆ। ਕਰੂਡ ਆਇਲ 9% ਦੇ ਅਰਾਊਂਡ ਆ, 8.98% ਆ। ਨੈਚੁਰਲ ਗੈਸ ਪ੍ਰੋਡਕਸ਼ਨ 6% ਦੇ ਅਰਾਊਂਡ ਆ। ਸੀਮੈਂਟ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਉਹ 5.37% ਆ, ਅਤੇ ਫਰਟੀਲਾਈਜ਼ਰ ਦੀ ਗੱਲ ਕਰੀਏ ਤਾਂ ਫਰਟੀਲਾਈਜ਼ਰ ਸਾਡੇ ਕੋਲ 2.63% ਆ। ਬਸ ਇੱਥੇ ਤੁਸੀਂ ਯਾਦ ਕੀ ਰੱਖਣਾ, ਇੱਕ ਤਾਂ 8 ਦੀਆਂ 8 ਕੋਰ ਇੰਡਸਟਰੀ ਦਾ ਨਾਮ, ਦੂਜਾ ਸਭ ਤੋਂ ਪਹਿਲੇ ਨੰਬਰ 'ਤੇ ਕੌਣ ਆਪਣੇ ਕੋਲ ਰਿਫਾਈਨਰੀ ਪ੍ਰੋਡਕਟ ਆ, ਦੂਜੇ ਨੰਬਰ 'ਤੇ ਸਾਡੇ ਕੋਲ ਇਲੈਕਟ੍ਰਿਸਿਟੀ ਆ, ਤੀਜੇ ਨੰਬਰ 'ਤੇ ਸਟੀਲ ਆ, ਅਤੇ ਲਾਸਟ ਬਹੁਤ ਇੰਪੋਰਟੈਂਟ ਫਰਟੀਲਾਈਜ਼ਰ 8ਵੇਂ ਨੰਬਰ 'ਤੇ ਐਂਡ 7th ਨੰਬਰ 'ਤੇ ਸੀਮੈਂਟ। ਠੀਕ ਹੈ ਜੀ, ਪਹਿਲੇ 3 ਰਿਫਾਈਨਰੀ ਪ੍ਰੋਡਕਟ, ਇਲੈਕਟ੍ਰਿਸਿਟੀ, ਸਟੀਲ, ਅਤੇ ਲਾਸਟ ਵਾਲੇ 2 ਹੈਗੇ ਆ ਸੀਮੈਂਟ ਐਂਡ ਫਰਟੀਲਾਈਜ਼ਰ। ਠੀਕ ਆ, ਹੁਣ ਆਪਾਂ ਥੋੜ੍ਹੀ ਜਿਹੀ ਦੇਖਦੇ ਹਾਂ ਜੀ IIP ਕੀ ਆ, ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ। ਜਿਹੜਾ ਇਹ ਕੀ ਆ ਜੀ, ਇੰਡੀਕੇਟਰ ਆਪਣੇ ਕੋਲੇ, ਐਨ ਇੰਡੀਕੇਟਰ ਜੋ ਕਿ ਮੈਜ਼ਰ ਕਰਦਾ ਆ ਜੋ ਵੀ ਚੇਂਜਸ ਆਉਂਦੀ ਆ ਵੋਲੀਅਮ ਆਫ ਦਾ ਪ੍ਰੋਡਕਸ਼ਨ ਇਨ ਦਾ ਇੰਡਸਟਰੀਅਲ ਪ੍ਰੋਡਕਸ਼ਨ ਡਿਊਰਿੰਗ ਆ ਗਿਵਨ ਪੀਰੀਅਡ। ਮਤਲਬ ਇੱਕ ਟਾਈਮ ਪੀਰੀਅਡ ਹੈ ਸਾਡੇ ਕੋਲੇ, ਉਸ ਟਾਈਮ ਪੀਰੀਅਡ ਦੇ ਵਿੱਚ ਜੋ ਵੀ ਚੇਂਜਸ ਆਉਣਗੀਆਂ ਇੰਡਸਟਰੀਅਲ ਪ੍ਰੋਡਕਸ਼ਨ ਦੇ ਵਿੱਚ, ਜੋ ਵੀ ਸਾਡੀ ਇੰਡਸਟਰੀ ਜੋ ਪ੍ਰੋਡਿਊਸ ਕਰਦੀ ਆ, ਅਸੀਂ ਇਹ ਦੇਖਣਾ ਕਿ ਕੀ ਉਹਨੇ ਇਸ ਵਾਰ ਜ਼ਿਆਦਾ ਪ੍ਰੋਡਿਊਸ ਕੀਤਾ ਜਾਂ ਘੱਟ ਪ੍ਰੋਡਿਊਸ ਕੀਤਾ। ਉਹ ਚੀਜ਼ਾਂ ਚੈੱਕ ਕਰਨ ਦੇ ਲਈ ਹੀ ਅਸੀਂ ਇੱਕ ਇੰਡੈਕਸ ਤਿਆਰ ਕੀਤਾ ਹੈ, ਅਤੇ ਉਸ ਇੰਡੈਕਸ ਦਾ ਨਾਮ ਆ ਸਾਡੇ ਕੋਲ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ। ਇਹਨੂੰ ਪਬਲਿਸ਼ ਕੀਤਾ ਜਾਂਦਾ ਆ ਮੰਥਲੀ, ਹਰੇਕ ਮੰਥ, ਜਾਣੀ ਕਿ ਪਿਛਲੇ ਮੰਥ ਕਿੰਨਾ ਪ੍ਰੋਡਕਸ਼ਨ ਸੀਗਾ, ਇਸ ਮੰਥ ਕਿੰਨਾ ਹੋਇਆ। ਜਿਵੇਂ ਆਪਾਂ ਦੇਖਿਆ ਪਿਛਲੇ ਮੰਥ ਨਾਲੋਂ ਇਸ ਵਾਰ ਕਾਫੀ ਜ਼ਿਆਦਾ ਗਰੋਥ ਆ, ਅਤੇ ਇਹਨੂੰ ਪਬਲਿਸ਼ ਕੀਤਾ ਜਾਂਦਾ ਬਾਏ ਦਾ ਨੈਸ਼ਨਲ ਸਟੈਟਿਸਟੀਕਲ ਆਫਿਸ NSO ਦੇ ਦੁਆਰਾ। 2 ਚੀਜ਼ਾਂ ਯਾਦ ਰੱਖਣੀਆਂ, ਇੱਕ ਤਾਂ ਮੰਥਲੀ ਐਵਰੀ ਮੰਥ ਇਹਨੂੰ ਰਿਲੀਜ਼ ਕੀਤਾ ਜਾਂਦਾ, ਸੈਕਿੰਡ ਇਹਨੂੰ ਕੌਣ ਪਬਲਿਸ਼ ਕਰਦਾ ਆ, NSO, ਜੋ ਕਿ ਕਾਫੀ ਇੰਪੋਰਟੈਂਟ ਆ, ਜੋ ਕਿ NSO ਅੰਡਰ ਆਉਂਦਾ ਹੈ ਮਿਨਿਸਟਰੀ ਆਫ ਸਟੈਟਿਸਟਿਕ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਦੇ। ਜੇ ਆਪਾਂ ਦੇਖੀਏ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਇੰਡੀਕੇਟਰ ਇਹਦੇ ਵਿੱਚ ਕੰਪਰਾਈਜ਼ਡ ਆ, ਜਿਵੇਂ ਕਿ ਗਰੋਥ ਚੈੱਕ ਕਰੂਗਾ ਉਹ ਕੀ ਚੱਲ ਰਹੀ ਆ ਇੰਡਸਟਰੀ ਦੇ ਹਿਸਾਬ ਨਾਲ, ਅਤੇ ਇਸ ਪਾਰਟ 'ਤੇ ਹੀ ਜੋ ਇਸ ਹਿਸਾਬ ਨਾਲ ਹੀ ਇੰਡਸਟਰੀ ਨੂੰ ਉਹ ਗਰੁੱਪ ਕਰਦਾ ਆ, ਡਿਵਾਈਡ ਕਰਦਾ ਆ। ਇੱਕ ਤਾਂ ਸਾਡੇ ਕੋਲ ਹੈਗਾ ਜੀ ਬਰੋਡ ਸੈਕਟਰ, ਉਹਦੇ ਵਿੱਚ ਮਾਈਨਿੰਗ ਆਉਂਦਾ ਆ, ਮੈਨੂਫੈਕਚਰਿੰਗ ਆਉਂਦਾ, ਅਤੇ ਇਲੈਕਟ੍ਰਿਸਿਟੀ ਆਉਂਦਾ। ਦੂਜਾ ਆਪਣੇ ਕੋਲ ਹੈਗਾ ਯੂਜ਼ ਬੇਸਡ ਸੈਕਟਰ, ਉਹਦੇ ਵਿੱਚ ਆਪਣੇ ਕੋਲ ਆਉਂਦਾ ਬੇਸਿਕ ਗੁੱਡਸ, ਕੈਪੀਟਲ ਗੁੱਡਸ ਐਂਡ ਇੰਟਰਮੀਡੀਏਟ ਗੁੱਡਸ। ਅਤੇ ਆਪਾਂ ਬੇਸ ਈਅਰ ਦੀ ਗੱਲ ਕਰੀਏ IIP ਦਾ ਆਪਣੇ ਕੋਲ ਹੈਗਾ 2011 ਅਤੇ 12, 2011-12 ਬੇਸ ਈਅਰ ਆ। ਇਹ ਰਹੀ ਆਪਣੀ ਅੱਜ ਦੀ, ਹਾਂਜੀ, ਕੁਐਸਚਨ ਰਹਿ ਗਿਆ ਆਪਣਾ ਲਾਸਟ 'ਤੇ, ਜਿਹੜਾ ਕੁਐਸਚਨ ਮੈਂ ਫਸਟ 'ਤੇ ਪੁੱਛਿਆ ਸੀਗਾ ਉਹ ਲਾਸਟ 'ਤੇ ਵੀ ਹੈਗਾ ਕੁਐਸਚਨ। ਇਨ ਦਾ ਇੰਡੈਕਸ ਆਫ 8 ਕੋਰ ਇੰਡਸਟਰੀ ਵਿਚ ਵਨ ਆਫ ਦਾ ਫੋਲੋਇੰਗ ਗਿਵਨ ਦਾ ਹਾਈਐਸਟ ਵੇਟ, ਕੋਲ ਪ੍ਰੋਡਕਸ਼ਨ, ਇਲੈਕਟ੍ਰਿਸਿਟੀ ਜਨਰੇਸ਼ਨ, ਫਰਟੀਲਾਈਜ਼ਰ ਅਤੇ ਰਿਫਾਈਨਰੀ ਪ੍ਰੋਡਕਟ। ਹੁਣ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸਣਾ, ਕਮੈਂਟ ਬਾਕਸ ਦੇ ਵਿੱਚ, ਕਿਉਂਕਿ ਆਪਾਂ ਹੁਣੇ ਡਿਸਕਸ ਕੀਤਾ। ਜੇ ਨਹੀਂ ਯਾਦ ਤਾਂ ਇੱਕ ਵਾਰ ਦੇਖ ਲਓ, ਨਹੀਂ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਆਨਸਰ ਕਰਿਓ। ਇਹਦਾ ਮੈਂ ਆਨਸਰ ਨਹੀਂ ਦੱਸੂਗਾ, ਤੁਸੀਂ ਹੀ ਦੇਖਣਾ ਵੀਡੀਓ ਦੇ ਵਿੱਚੋਂ। ਠੀਕ ਹੈ, ਓਕੇ ਜੀ, ਇਹ ਸੀਗੀ ਅੱਜ ਦੀ ਆਪਣੀ ਵੀਡੀਓ। ਉਮੀਦ ਹੈ ਕਾਫੀ ਵਧੀਆ ਰਹੀ ਹੋਊਗੀ, ਕਾਫੀ ਡਿਟੇਲ ਡਿਸਕਸ਼ਨ ਆ। ਇਹ ਤੁਹਾਡੇ ਜੋ ਐਗਜ਼ਾਮ ਆਉਣ ਵਾਲੇ ਆ, ਜਦੋਂ ਐਗਜ਼ਾਮ ਆ ਗਏ ਫਿਰ ਪਤਾ ਲੱਗਣਾ ਕਿੰਨੀਆਂ ਇੰਪੋਰਟੈਂਟ ਇਹ ਡਾਟਾ ਕਲੀਅਰ ਆ। ਬਾਕੀ ਜੇ ਤੁਹਾਡੀ ਕੋਈ ਕੁਐਰੀ ਆ UPSC ਦੇ ਰਿਲੇਟਡ, ਠੀਕ ਹੈ, ਜਾਂ PCS ਦੇ ਰਿਲੇਟਡ, PPSC ਨੂੰ ਲੈ ਕੇ, ਜਾਂ ਪੰਜਾਬ ਦੇ ਕਿਸੇ ਵੀ ਗੌਰਮੈਂਟ ਐਗਜ਼ਾਮ ਨੂੰ ਲੈ ਕੇ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਠੀਕ ਹੈ, ਮੇਰਾ ਨੰਬਰ ਜਿਵੇਂ ਦਿੱਤਾ ਗਿਆ ਜੀ। ਓਕੇ ਜੀ, ਥੈਂਕ ਯੂ, ਹੈਵ ਅ ਗੁੱਡ ਡੇ।